सत श्री अकाल सारिਆਂ ਨੂੰ मैं हाँ नवनीत ते फतेह.com ਤੇ ਤੁਹਾਡਾ ਸਵਾਗਤ ਕਰਦੇ ਹਾਂ। ਸੋ ਜਿਵੇਂ ਕਿ ਆਪਾਂ ਪੰਜਾਬ ਸਿਵਲ ਸਰਵਿਸ ਪ੍ਰੀਲਿਮਿਨਰੀ ਲਈ ਇੱਕ ਸਪੈਸ਼ਲ ਕਰੰਟ ਅਫੇਅਰ ਸੀਰੀਜ਼ ਚਲਾਈ ਹੈ ਜਿਹਦੇ ਵਿੱਚ ਅਸੀਂ ਇੱਕ ਟੌਪਿਕ ਰੋਜ਼ ਦਾ ਕਵਰ ਕਰਾਂਗੇ ਜਿਹਦੇ ਟੌਪਿਕ ਦੇ ਜਿਹੜੇ ਚਾਂਸਸ ਨੇ ਉਹ 90 to 100% ਹੋਣਗੇ ਕਿ ਉਹਦੇ ਰਿਲੇਟਡ ਕੁਐਸਚਨਸ ਜਿਹੜੇ ਆ ਪੇਪਰ ਦੇ ਵਿੱਚ ਜ਼ਰੂਰ ਪੁੱਛੇ ਜਾਣਗੇ। ਹੁਣ 2023 ਪੂਰੇ ਸਾਲ ਦੀ ਹੀ ਗੱਲ ਕਰ ਲਈਏ ਤੇ ਸਭ ਤੋਂ ਇੰਪੋਰਟੈਂਟ ਟੌਪਿਕ ਹੀ ਚੰਦਰਯਾਨ 3 ਹੈ। ठीक है, सो इस वीडियो ਦੇ ਵਿੱਚ ਆਪਾਂ ਚੰਦਰਯਾਨ 3 ਦੇ ਰਿਲੇਟਡ ਕੁਝ ਇੰਪੋਰਟੈਂਟ ਫੈਕਟਸ ठीक है ਤੇ ਨਾਲ ਦੀ ਨਾਲ ਕਿ ਕਿਵੇਂ ਦੇ ਕੁਐਸਚਨ ਜਿਹੜੇ ਆ ਪੀਸੀਐਸ ਦੇ ਵਿੱਚ ਪੁੱਛੇ ਜਾਂਦੇ ਨੇ। ਸੋ ਸਟੇਟਮੈਂਟ ਟਾਈਪ ਕੁਐਸਚਨਸ ਵੀ ਇਹਦੇ ਵਿੱਚ ਕਵਰ ਕਰਾਂਗੇ, ਠੀਕ ਹੈ, ਐਟ ਦੀ ਐਂਡ ਆਫ ਦਿਸ ਵੀਡੀਓ। ਪਰ ਉਸ ਤੋਂ ਪਹਿਲਾਂ ਆਪਾਂ ਡਿਟੇਲ ਦੇ ਵਿੱਚ ਇਹਨੂੰ ਸਮਝਾਂਗੇ ਕਿ ਚੰਦਰਯਾਨ 3 ਹੈ ਕੀ, ਤਾਂ ਕਿ ਮੇਨਸ ਦੇ ਵਿੱਚ ਵੀ ਅਗਰ ਇਹਦੇ ਰਿਲੇਟਡ ਕੋਈ ਕੁਐਸਚਨ ਆਂਦਾ ਆ ਤੇ ਤੁਹਾਨੂੰ ਆਸਾਨੀ ਹੋਵੇ ਉਹਨੂੰ ਅਟੈਂਪਟ ਕਰਨ ਦੇ ਵਿੱਚ, ਠੀਕ ਹੈ। ਸੋ ਦੇਸੀ ਭਾਸ਼ਾ ਦੇ ਵਿੱਚ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਚੰਦਰਯਾਨ 3 ਜਿਹੜਾ ਹੈ ਇਹ सतीश धवन स्पेस सेंटर श्रीहरिकोटा आंध्र प्रदेश तो लॉन्च किया गया, ठीक है। 14 जुलाई 2023 ਨੂੰ लॉन्च किया गया और 23 अगस्त ਨੂੰ लैंडर ਜਿਹੜਾ लैंड कर गया, ठीक है। सो ਇਹਦੇ ਸਭ ਤੋਂ ਪਹਿਲਾਂ ਤੇ ਤੁਸੀਂ ਆਬਜੈਕਟਿਵਸ ਯਾਦ ਰੱਖਣੇ ਨੇ। 3 ਆਬਜੈਕਟਿਵ ਨੇ ਇਹਦੇ ਜਿਹਦੇ ਵਿੱਚੋਂ 2 ਅਕੰਪਲਿਸ਼ ਹੋ ਚੁੱਕੇ ਨੇ, ਪਹਿਲਾ ਤੇ ਦੂਸਰਾ, ਔਰ ਤੀਸਰਾ ਜਿਹੜਾ ਆ ਇਹ ਅੰਡਰਵੇ ਹੈ, ਠੀਕ ਹੈ, ਚੱਲ ਰਿਹਾ ਹਜੇ ਇਹਦੇ ਤੇ ਕੰਮ। ਸੋ ਪਹਿਲਾ ਕੀ ਸੀਗਾ, ਡੈਮੋਨਸਟ੍ਰੇਟ ਸੇਫ ਐਂਡ ਸੌਫਟ ਲੈਂਡਿੰਗ ਔਨ ਲੂਨਰ ਸਰਫੇਸ। ਸੋ ਸੌਫਟ ਲੈਂਡਿੰਗ ਦੇਖੋ ਕੀ ਹੁੰਦੀ ਹੈ ਕਿ ਇੱਕ ਚੀਜ਼ ਹੈ ਉਹ 6000 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ, ਆਪਾਂ ਨਾਰਮਲ ਜਿਹੜਾ ਹੈ ਕਾਰ ਚਲਾਉਂਦੇ ਆ ਜਾਂ ਬਾਈਕ ਚਲਾਉਂਦੇ ਆ ਤੇ ਜ਼ਿਆਦਾ ਤੋਂ ਜ਼ਿਆਦਾ ਵੀ ਸਪੀਡ ਕਰੀਏ ਤੇ 100 ਕਿਲੋਮੀਟਰ ਪਰ ਆਰ ਦੀ ਸਪੀਡ ਕਰ ਲੈਂਦੇ ਆ ਨਾ, ਬਟ ਇਸ 80 ਤੇ ਵੀ ਥੋੜਾ ਜਿਹਾ ਡਰ ਲੱਗਣ ਲੱਗ ਪੈਂਦਾ ਮੇਰੇ ਵਰਗੇ ਹੌਲੇ ਬੰਦੇ ਨੂੰ। ਬਟ ਦੇਖੋ 6000 ਕਿਲੋਮੀਟਰ ਪਰ ਆਰ ਦੀ ਸਪੀਡ ਦੇ ਨਾਲ ਇੱਕ ਚੀਜ਼ ਜਾ ਰਹੀ ਹੈ ਤੇ ਉਹਨੂੰ ਤੁਸੀਂ ਜ਼ੀਰੋ ਤੇ ਲੈ ਕੇ ਆਉਣਾ ਹੈ। ਸੋ ਇਸ ਚੀਜ਼ ਨੂੰ ਕਹਿੰਦੇ ਆ ਸੌਫਟ ਲੈਂਡਿੰਗ। ਜਿਹੜਾ 2019 ਦੇ ਵਿੱਚ ਚੰਦਰਯਾਨ ਲਾਂਚ ਕੀਤਾ ਗਿਆ ਸੀਗਾ ਉਹ ਸੌਫਟ ਲੈਂਡਿੰਗ ਨਾ ਕਰ ਪਾਉਣ ਕਰਕੇ ਕ੍ਰੈਸ਼ ਕਰ ਗਿਆ ਸੀ, ਠੀਕ ਹੈ। ਸੋ ਪਾਰਸ਼ਲੀ ਫੇਲ ਹੋ ਗਿਆ ਸੀਗਾ ਉਹ, ਲੇਕਿਨ ਇਹ ਸੌਫਟ ਲੈਂਡਿੰਗ ਕਰਨ ਦੇ ਵਿੱਚ ਸਕਸੈਸਫੁਲ ਹੋਇਆ, ਠੀਕ ਹੈ। ਹੁਣ ਦੇਖੋ 6000 ਕਿਲੋਮੀਟਰ ਪਰ ਆਰ ਦੀ ਸਪੀਡ ਤੋਂ ਇੱਕਦਮ ਜ਼ੀਰੋ ਤੇ ਲਿਆਉਣਾ, ਔਰ ਉਹ ਵੀ ਉਹੋ ਜਿਹੇ ਐਟਮੋਸਫੇਅਰ ਦੇ ਵਿੱਚ, ਐਟਮੋਸਫੇਅਰ ਕੀ ਜਿੱਥੇ ਐਟਮੋਸਫੇਅਰ ਹੈ ਹੀ ਨਹੀਂ, ਜਿੱਥੇ 에ਅਰ ਰੈਜ਼ਿਸਟੈਂਸ ਹੀ ਹੈ ਨਹੀਂ, ਠੀਕ ਹੈ। ਜਿਵੇਂ ਪੈਰਾਸ਼ੂਟ ਨੀਚੇ ਆਉਂਦਾ ਹੈ ਤੇ ਉਹਨੂੰ 에ਅਰ ਰੈਜ਼ਿਸਟੈਂਸ ਚਾਹੀਦੀ, ਜਿਹਦੇ ਨਾਲ ਉਹਦੀ ਡਿਸੈਂਟ ਜਿਹੜੀ ਹੈ ਸਲੋ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ 에ਅਰ ਰੈਜ਼ਿਸਟੈਂਸ ਬਹੁਤ ਜ਼ਰੂਰੀ ਹੁੰਦੀ ਹੈ, ਲੇਕਿਨ ਉਹ ਜਿੱਥੇ ਮੂਨ ਤੇ ਕੋਈ ਐਟਮੋਸਫੇਅਰ ਹੀ ਨਹੀਂ ਹੈ, ਠੀਕ ਹੈ। ਸੋ ਉੱਥੇ ਸੌਫਟ ਲੈਂਡਿੰਗ ਕਰਾਉਣਾ ਇੱਕ ਬਹੁਤ ਵੱਡਾ ਚੈਲੰਜ ਸੀਗਾ, ਰਾਈਟ। ਦੈਨ ਦੂਸਰੀ ਸਭ ਤੋਂ ਵੱਡੀ ਗੱਲ ਜਿਹੜੀ ਇੰਡੀਆ ਨੇ ਅਕੰਪਲਿਸ਼ ਕੀਤੀ ਇਹਦੇ ਵਿੱਚ ਕਿ ਇੰਡੀਆ ਜਿਹੜਾ ਨੀਅਰ ਸਾਈਡ ਆਫ ਦਾ ਮੂਨ ਉੱਥੇ ਲਾਂਚ ਕੀਤਾ ਹੈ। ਜਿਹੜਾ ਚਾਈਨਾ ਦਾ ਚੈਂਗੀ 4 ਮਿਸ਼ਨ ਸੀਗਾ, ਠੀਕ ਹੈ, ਇਹ ਫਾਰ ਸਾਈਡ ਆਫ ਦਾ ਮੂਨ ਨੇ ਜਿਹੜਾ ਲਾਂਚ ਕੀਤਾ ਸੀ, ਠੀਕ ਹੈ। ਸੋ ਇੰਡੀਆ ਲਈ ਇਹ ਵੀ ਇੱਕ ਉਪਲਬਧੀ ਹੈ। ਦੈਨ ਉਸ ਤੋਂ ਬਾਅਦ ਨੈਕਸਟ ਇਹਦਾ ਹੈਗਾ ਟਾਰਗੇਟ ਡੈਮੋਨਸਟ੍ਰੇਟਡ ਰੋਵਰ ਰੋਇੰਗ ਔਨ ਦਾ ਮੂਨ, ਠੀਕ ਹੈ। ਸੋ ਤੁਸੀਂ ਵੀਡੀਓ ਸਾਰਿਆਂ ਨੇ ਦੇਖੀ ਹੋਊਗੀ, ਲੈਂਡਰ ਦਾ ਦਰਵਾਜ਼ਾ ਖੁੱਲਾ, ਉਹਦੇ ਵਿੱਚੋਂ ਰੋਵਰ ਨਿਕਲਿਆ ਇੱਕ ਛੋਟਾ ਜਿਹਾ, ਠੀਕ ਹੈ, ਟਾਇਰ ਟਾਈਪ ਲੱਗੇ ਹੋਏ ਸੀ ਜ਼ੀਰੋ ਦਾ, ਉਹਦੇ ਤੇ ਐਂਬਲਮ ਸੀ, ਔਰ ਉਹ ਮੂਨ ਦੇ ਸਰਫੇਸ ਦੇ ਉੱਤੇ ਜਾ ਕੇ ਉਤਰਿਆ, ਠੀਕ ਹੈ। ਸੋ ਇਹ ਬਿਲਕੁਲ ਇੱਕ ਮੈਂ ਤੁਹਾਨੂੰ ਦੇਸੀ ਜੀ ਐਗਜ਼ਾਮਪਲ ਦੇ ਦਿੰਦੀ। ਮੰਨ ਲਓ ਤੁਸੀਂ ਗੱਡੀ 'ਚ ਗਏ ਆ, ਠੀਕ ਹੈ, ਗੱਡੀ 'ਚੋਂ ਉਤਰੇ ਬਾਜ਼ਾਰ ਦੇ ਵਿੱਚ ਤੇ ਆਪਣਾ ਸਮਾਨ ਖਰੀਦਿਆ। ਸੋ ਗੱਡੀ ਤੁਹਾਡੀ ਕੀ ਹੈ, ਲੈਂਡਰ ਆ, ਠੀਕ ਹੈ। ਲੈਂਡਰ ਦਾ ਨਾਮ ਇੱਥੇ ਹੈਗਾ ਵਿਕਰਮ, ਠੀਕ ਹੈ, ਲੈਂਡਰ ਦਾ ਨਾਮ ਹੈਗਾ ਵਿਕਰਮ ਤੇ ਰੋਵਰ ਦਾ ਹੈਗਾ ਆ ਪ੍ਰਗਿਆਨ। ਸਾਰਾ ਕੁਝ ਕਵਰ ਕੀਤਾ ਇਹਦੇ ਵਿੱਚ, ਮੈਂ ਤੁਹਾਨੂੰ ਵੈਸੇ ਦੱਸਦੀ। ਸੋ ਗੱਡੀ ਤੁਹਾਡੀ ਇੱਥੇ ਕੀ ਹੈ, ਲੈਂਡਰ ਹੈ। ਤੁਸੀਂ ਉੱਤਰ ਕੇ ਆਪਣਾ ਸਮਾਨ ਖਰੀਦਿਆ, ਤੁਸੀਂ ਕੀ ਬਣ ਗਏ, ਰੋਵਰ, ਠੀਕ ਹੈ। ਜੋ ਤੁਹਾਨੂੰ ਚਾਹੀਦਾ ਸੀ ਤੁਸੀਂ ਮਾਰਕੀਟ 'ਚੋਂ ਇਕੱਠਾ ਕੀਤਾ। ਸੋ ਰੋਵਰ ਦਾ ਕੰਮ ਇੱਥੇ ਇਹੀ ਸੀ, ਜੋ ਇਹਨੂੰ ਚਾਹੀਦਾ ਸੀ ਲੂਨਰ ਸਰਫੇਸ ਤੋਂ ਉਹਨੇ ਇਕੱਠਾ ਕਰਨਾ ਹੈ, ਰਾਈਟ। ਦੈਨ ਉਸ ਤੋਂ ਬਾਅਦ ਤੀਸਰਾ ਹੈਗਾ ਕੰਡਕਟ ਇਨ ਸੀਟੂ ਸਾਇੰਟਿਫਿਕ ਐਕਸਪੈਰੀਮੈਂਟਸ। ਇਨ ਸੀਟੂ ਦਾ ਮਤਲਬ ਹੁੰਦਾ ਹੈ ਜਿਹੜੀ ਓਰੀਜਨਲ ਜਗ੍ਹਾ ਤੇ ਆਪਾਂ ਕੋਈ ਵੀ ਐਕਸਪੈਰੀਮੈਂਟ ਪਰਫਾਰਮ ਕਰਦੇ ਹਾਂ, ਨੈਚੁਰਲ ਜਾਂ ਓਰੀਜਨਲ ਜਗ੍ਹਾ ਤੇ, ਠੀਕ ਹੈ, ਆਰਟੀਫੀਸ਼ੀਅਲ ਨਹੀਂ ਹੁੰਦੀ। ਸੋ ਮੂਨ ਓਰੀਜਨਲੀ ਮੂਨ ਤੇ ਕੋਈ ਸਿਮੂਲੇਟਡ এনवायरमेंट ਤਾਂ ਸੀਗਾ ਨਹੀਂ, ਠੀਕ ਹੈ। ਸੋ ਓਰੀਜਨਲੀ ਮੂਨ ਤੇ ਜਾ ਕੇ ਇਹਨਾਂ ਨੇ ਆਪਣੇ ਐਕਸਪੈਰੀਮੈਂਟਸ ਕੀਤੇ, ਇਹਨੂੰ ਕਹਿੰਦੇ ਆ ਇਨ ਸੀਟੂ ਐਕਸਪੈਰੀਮੈਂਟਸ। ਸੋ ਇਹ 3 ਮੇਨ ਆਬਜੈਕਟਿਵ ਸੀਗੇ। ਇਸ ਤੋਂ ਬਾਅਦ ਹੈਗਾ ਆ ਲਾਂਚ ਵਹੀਕਲ। ਜਿਹੜਾ ਲਾਂਚ ਵਹੀਕਲ ਮਤਲਬ ਕਿ ਜਿਹਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਰੌਕਟ ਕਹਿ ਦਿੰਦੇ ਆ, ਜਿਹਦੀ ਰੌਕਟ ਦੀ ਮਦਦ ਦੇ ਨਾਲ ਉਹ ਲੈਂਡਰ ਉਹ ਰੋਵਰ ਜਿਹੜਾ ਲੂਨਰ ਸੋਇਲ ਦੇ ਉੱਤੇ ਯਾਨੀ ਕਿ ਮੂਨ ਦੇ ਸਰਫੇਸ ਤੇ ਜਾ ਕੇ ਪਹੁੰਚੇ ਆ। ਸੋ ਉਹ ਸੀਗਾ GSLV Mark 3 ਯਾਨੀ ਕਿ ਜੀਓ ਸਿੰਕਰੋਨਸ Mark 3। ਸੋ ਜੀਓ ਸਿੰਕਰੋਨਸ ਸੈਟੇਲਾਈਟ ਉਹ ਸੈਟੇਲਾਈਟ ਹੁੰਦੀ ਹੈ ਜਿਹੜੀ ਅਰਥ ਦੇ ਆਰਬਿਟ ਤੇ ਬਿਲਕੁਲ ਸਿੰਕਰੋਨਸ ਹੁੰਦੀ ਹੈ। ਮੀਨਸ ਕਿ ਜਿਵੇਂ ਅਰਥ ਨੂੰ ਆਪਣੀ ਐਕਸਿਸ ਦੇ ਦੁਆਲੇ ਰੋਟੇਟ ਕਰਨ ਦੇ ਇੱਕ ਸਾਈਡਰਲ ਡੇ ਲੱਗਦਾ ਹੈ ਯਾਨੀ ਕਿ 24 ਆਵਰਸ ਲੱਗਦੇ ਨੇ, ਇਸੇ ਤਰ੍ਹਾਂ ਹੀ ਇਹੋ ਜਿਹੀ ਜਿਹੜੀ ਸੈਟੇਲਾਈਟ ਹੁੰਦੀ ਹੈ ਉਹਨੂੰ 24 ਆਵਰਸ ਲੱਗਦੇ ਨੇ ਅਰਥ ਦੇ
मतलब जिद्दां जिद्दां अर्थ रोटेट करदी है अपनी एक्सिस दे, सो ये भी अर्थ दे आले दुआले ऑर्बिट दे रोटेट करता है उस ऑर्बिट दे विच। सो इट प्लेस द इंटीग्रेटेड मॉड्यूल इन एन इलिप्टिकल पार्किंग ऑर्बिट, ठीक है। देन लैंडिंग साइट, सो कित्थे लैंड कीता, सिमिलर टू जिथे चंद्रयान 2 लैंड कीता सी, दैट इज नियर साउथ पोल ऑफ द मून एट अराउंड 70 डिग्रीज लैटिट्यूड, ठीक है। नैक्सट चंद्रयान 3 दा लैंडर का नाम है विक्रम। सो ये पेपरों के अजकल बहुत आ रहा है लैंडर ते रोवर का नाम, सो इनू तुसी याद रख लियो। एल बीच का लॉन्च वहीकल हुंदा, सो लैंडर विक्रम, रोवर प्रज्ञान, रेस्ट इन पीस हुंदा ना, सो आई नू हटा दो, सिंपली मतलब याद करने के तरीके है, ठीक है। रोवर प्रज्ञान, सो दे रीच द मून ऑन 23 अगस्त नूं ये रीच कीते, ठीक है जी। नैक्सट मूव कर गया। सो इस करके अगस्त 23 जिहड़ा आ हुण तो मनाया जाएगा नैशनल स्पेस डे, राइट। हिस्टोरिक अचीवमेंट तो बाद 23 अगस्त ਨੂੰ ਆਪਾਂ ਨੈਸ਼ਨਲ ਸਪੇਸ ਡੇ ਮਨਾਇਆ ਕਰਾਂਗੇ। ਸੋ ਚੰਦਰ ਇਸ ਦੇ ਨਾਲ ਹੀ ਚੰਦਰਯਾਨ 3 ਜਿਹੜਾ ਇਟ ਹੈਜ਼ ਬਿਕਮ ਵਰਲਡਸ ਫਰਸਟ ਮਿਸ਼ਨ ਟੂ ਸੌਫਟ ਲੈਂਡ ਨੀਅਰ ਲੂਨਰ ਸਾਊਥ ਪੋਲ। ਹੁਣ ਸਾਊਥ ਪੋਲ ਕਿਉਂ ਇੰਨਾ ਇੰਪੋਰਟੈਂਟ ਆ ਉਹ ਆਪਾਂ ਹੁਣੇ ਇਹਦੇ ਵਿੱਚ ਡਿਸਕਸ ਕਰਾਂਗੇ, ठीक है। एंड इंडिया जिहड़ा आ 4th कंट्री बन गया टू सॉफ्ट लैंड ऑन मून आफ्टर यूएस, पहले नंबर ते रशिया, चाइना ते 4th नंबर ते इंडिया, ठीक है जी। सॉफ्ट लैंडिंग वही जिहड़े मैं तुहानूं समझाया सीगा, सॉफ्ट लैंडिंग इन लूनर मॉड्यूल मीन्स गोइंग फ्रॉम द स्क्रीमिंग स्पीड्स ऑफ 6000 किलोमीटर पर आवर टू 0। So as moon has no atmosphere, the parachutes cannot slow the descent। सो जिहड़ा स्पॉट जिथे चंद्रयान 3 विक्रम लैंडर ने सॉफ्ट लैंड किया है उस पॉइंट नूं कहा जाया करेगा शिव शक्ति पॉइंट, वेरी वेरी इंपॉर्टेंट, ठीक है। जिथे लैंडर विक्रम ने लैंड किया है मून के जिहड़े हिस्से ते उस पॉइंट नूं शिव शक्ति पॉइंट कहा जाएगा। 2019 जिवें कि मैं तुहानूं दस्सिया सीगा कि चंद्रयान 2 सॉफ्ट लैंडिंग नहीं कर पाया सी, क्रैश हो गया सी, पार्शली फेल हो गया सी। सो उस पॉइंट के उत्ते, ठीक है, जिथे वो पहुंचा पर वो एग्जीक्यूट नहीं कर पाया सॉफ्ट लैंडिंग नूं, सो उस पॉइंट नूं तिरंगा पॉइंट किया जाएगा, ठीक है जी। सो ये दो चीज़ां है 2019 का है, ठीक है। साइड विद चंद्रयान 2 लैंडर क्रैश लैंडेड ऑन मून सरफेस इन 2019, सो उन्होंने तिरंगा पॉइंट किया जाएगा। जिहड़ा हुण प्रेजेंटली जिथे कीता आ उन्होंने शिव शक्ति पॉइंट किया जाया करेगा। सो उस तो बाद गल करते हैं इंडिजीनस पेलोड्स। सो इंडिजीनस मीन्स मेड इन इंडिया, ठीक है। सो इंडिया च ही तैयार होए। और पेलोड्स की होंगे ने, पेलोड्स बच्चे होंगे ने साइंटिफिक इंस्ट्रूमेंट्स होंदियां ने एक तरह दियां, ठीक है। बार बार आपां साइंस टैक्नोलॉजी दे विच वर्ड यूज करना है। सो पेलोड्स जिहड़े होंगे ने दे आर काइंड ऑफ साइंटिफिक इंस्ट्रूमेंट्स जिहड़े कि किसी स्पेसिफिक पर्पस लई बनाए जाते हैं, ठीक है। हर एक कोई भी इंस्ट्रूमेंट और कोई ना कोई पर्पस हुंदा है, ठीक है। इस तरह पेलोड्स जिहड़े कुछ साइंटिफिक इंस्ट्रूमेंट्स होंगे ने जिहड़े ऑन बोर्ड किसी सैटेलाइट ते आपां लैके जाने आ अपने, जिद्दां आपां किते जाइए समान समून पैक करके भांडे भुंडे भी लै जाइए नाल। सो इस तरह जिहड़े एस्ट्रोनॉमर्स ने वो एस्ट्रोनॉट्स ने वो की करते हैं, वो पेलोड्स लैके जाते हैं, साइंटिफिक इंस्ट्रूमेंट्स लैके जाते हैं जिन्हां दे नाल उपर जाके उन्होंने कुछ साइंटिफिक रिसर्च करनी है, कोई काम करना है, ठीक है। सो इहदे विच मेनली 3 पेलोड्स, वैसे तो 7 पेलोड्स ने टोटल, ठीक है। भी पूछा जा सकता है टोटल नंबर ऑफ पेलोड्स कितने ने, टोटल नंबर ऑफ पेलोड्स कितने ने, ते आंसर इज 7। पर मेन जिहड़े 3 है जिहदे विच अगों सब पार्ट्स ने, ठीक है। सो जिवें कि लैंडर मॉड्यूल यानी कि विक्रम मॉड्यूल दे विच किहड़े-किहड़े पेलोड्स ने। सो आ देखो, सब तो पहला हैगा रैम्बा LP। रैम्बा मीनस रेडियो अनॉटमी करके कुछ दी फुल फॉर्म आप पढ़ांगे अगे। सो लैंडमर प्रोब, सो ਇਹਦਾ मेन काम की हैगा कि ਜਿਹੜੀ ਨੀਅਰ ਸਰਫੇਸ ਪਲਾਜ਼ਮਾ ਆ, ਪਲਾਜ਼ਮਾ ਕੀ ਹੁੰਦਾ, ਇੱਕ ਲਿਕੁਇਡ ਹੁੰਦਾ ਆ ਤਰ੍ਹਾਂ ਦਾ ਕਹਿ ਲਓ, ਠੀਕ ਹੈ। ਜਿੱਦਾਂ ਸੂਪ ਹੁੰਦਾ ਹੈ ਉਹਦੇ ਵਿੱਚ ਆਇਨਸ ਤੇ ਇਲੈਕਟ੍ਰੋਨਸ ਤੈਰ ਰਹੇ ਹੋਣ, ਸੋ ਇਦਾਂ ਦਾ ਇਮੇਜਿਨ ਕਰ ਲਓ, ਠੀਕ ਹੈ। ਜਿੱਦਾਂ ਤੁਸੀਂ ਕੌਰਨ ਸੂਪ ਖਾਂਦੇ ਹੋ ਤੇ ਵਿੱਚ ਕਿਤੇ ਕਿਤੇ ਕੈਰਟਸ ਪਈਆਂ ਹੁੰਦੀਆਂ, ਕਿਤੇ ਕਿਤੇ ਜਿਹੜੇ ਕੌਰਨਸ ਪਏ ਹੁੰਦੇ, ਤੇ ਕੌਰਨਸ ਲਾ ਲਓ ਕਿ ਇਲੈਕਟ੍ਰੋਨਸ ਨੇ ਨੈਗੇਟਿਵਲੀ ਚਾਰਜ, ठीक है, और कैरेट ਜਿਹੜੀਆਂ ਨੇ पॉजिटिवली चार्ज आयंस ने। सो प्लाज्मा बेसिकली वही चीज़ है, ठीक है। सो ਇਹਦਾ ਜਿਹੜਾ रैम्बा LP लैंगुएर प्रोब आ, ਇਹਦਾ मेन हैगा है कि इन्हें ਨੀਅਰ ਸਰਫੇਸ ਪਲਾਜ਼ਮਾ ਨੂੰ ਆਇਡੈਂਟੀਫਾਈ ਕਰਨਾ ਆ, ਉਹਦੀ ਡੈਂਸਿਟੀ ਨੂੰ, ਤੇ ਉਹ ਕਿਸ ਤਰ੍ਹਾਂ ਟਾਈਮ ਦੇ ਨਾਲ ਚੇਂਜ ਹੋ ਰਿਹਾ ਉਹਦੇ ਬਾਰੇ। ਸੋ ਇਹਦੀ ਜਿਹੜੀ मतलब कह लो
जो भी ये बारे रिसर्च करनी है वो साइंटिस्ट ਨੂੰ ਹੈਲਪ ਕਰੇਗੀ ਕਿ ਜਿਹੜੀਆਂ ਮਤਲਬ ਇੱਥੋਂ ਦੀਆਂ ਜੋ ਵੀ ਫਿਜ਼ੀਕਲ ਪ੍ਰੋਪਰਟੀਜ਼ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਲਈ, ਠੀਕ ਹੈ। ਦੈਨ ਇਸ ਤੋਂ ਬਾਅਦ ਲੈਂਡਰ ਪੇਲੋਡ ਦੇ ਵਿੱਚ ਸੈਕਿੰਡ ਜਿਹੜੀ ਇਨਸਟਰੂਮੈਂਟ ਹੈਗੀ ਹੈ ਦੈਟ ਇਜ਼ ਚੇਸ, ਚੰਦਰਾ ਸਰਫੇਸ ਥਰਮੋਫਿਜ਼ੀਕਲ ਐਕਸਪੈਰੀਮੈਂਟ। ਸੋ ਐਜ਼ ਦ ਨੇਮ ਇੰਡੀਕੇਟਸ ਥਰਮੋ, ਠੀਕ ਹੈ, ਮੀਨਸ ਥਰਮਲ ਟੈਂਪਰੇਚਰ ਜਿਹੜਾ ਆ ਉਹ ਥਰਮਲ ਪ੍ਰੋਪਰਟੀਜ਼ ਜਿਹੜੀਆਂ ਲੂਨਰ ਸਰਫੇਸ ਦੀਆਂ ਨੀਅਰ ਪੋਲਰ ਰੀਜਨ ਉਹਨਾਂ ਨੂੰ ਮੇਜਰ ਕੀਤਾ ਜਾਊਗਾ। then next ਇਹਦੇ ਵਿੱਚ ਜਿਹੜਾ ਲੈਂਡਰ ਪੇਲੋਡ ਦੇ ਵਿੱਚ ਇੰਸਟਰੂਮੈਂਟ ਹੈ that is instrument for lunar seismic activity ILSA, ਠੀਕ ਹੈ। seismic means related to earthquake, ਠੀਕ ਹੈ। ਅਰਥ ਦੇ ਉੱਤੇ earthquake ਨਹੀਂ, ਇੱਥੇ moonquake ਆਪਾਂ ਕਹਾਂਗੇ ਕਿਉਂਕਿ ਭੂਚਾਲ ਜਦੋਂ ਅਰਥ ਤੇ ਆਉਂਦਾ ਤੇ ਉਹਨੂੰ ਆਪਾਂ earthquake ਕਹਿੰਦੇ ਆ ਤੇ ਮੂਨ ਤੇ ਆਏਗਾ ਤੇ obviously ਉਹਨੂੰ ਆਪਾਂ moonquake ਬੋਲਾਂਗੇ, ਠੀਕ ਹੈ। ਤਾਂ ਇਹੋ ਜਿਹੀਆਂ ਜਿਹੜੀਆਂ quake activity seismic activities ਨੇ ਉਹਨਾਂ ਨੂੰ ਇਹ ਆਇਡੈਂਟੀਫਾਈ ਕਰੇਗਾ, ਮੇਜਰ ਕਰੇਗਾ। ਸੋ ਇਹ ਹੋ ਗਏ ਲੈਂਡਰ ਪੇਲੋਡਸ ਦੇ ਇੰਸਟਰੂਮੈਂਟਸ, ਠੀਕ ਹੈ। ਟੋਟਲ 7 ਪੇਲੋਡਸ ਨੇ ਔਰ ਉਹਦੇ ਵਿੱਚ ਅੱਗੋਂ ਲੈਂਡਰ ਪ੍ਰੋਪਲਸ਼ਨ ਮੋਡਿਊਲ ਤੇ ਰੋਵਰ ਦੇ ਵਿੱਚ ਅੱਗੋਂ ਸਬ ਮੋਡਿਊਲਸ ਨੇ, ਪੇਲੋਡਸ ਨੇ। ਦੈਨ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪ੍ਰੋਪਲਸ਼ਨ, ਪਹਿਲਾਂ ਆਪਾਂ ਰੋਵਰ ਮੋਡਿਊਲ ਦੀ ਗੱਲ ਕਰਾਂਗੇ, ਠੀਕ ਹੈ। ਸੋ ਰੋਵਰ ਮੋਡਿਊਲ ਦਾ ਕੰਮ ਕੀ ਹੈਗਾ ਆ, ਇਨ ਸੀਟੂ ਕੈਮੀਕਲ ਐਨਾਲਿਸਿਸ ਕਰਨਾ। ਮੇਨਲੀ ਇਹਦਾ ਕੰਮ ਜਿਹੜੇ ਵੀ ਇਹਦੇ ਵਿੱਚ ਇਹ ਦੋਵੇਂ APXS ਤੇ ਲਿਬਸ, ਇਹ ਦੋਨਾਂ ਹੀ ਇੰਸਟਰੂਮੈਂਟਸ ਦਾ ਕੰਮ ਕੀ ਹੈ, ਇਹਨਾਂ ਦੋਨਾਂ ਇੰਸਟਰੂਮੈਂਟਸ ਦਾ ਕੰਮ ਹੈ ਕਿ ਲੂਨਰ ਸੋਇਲ ਦੀ ਜਿਹੜੀ ਕੈਮੀਕਲ ਕੰਪੋਜੀਸ਼ਨ ਹੈ ਉਹਨੂੰ ਆਇਡੈਂਟੀਫਾਈ ਕਰਨਾ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੇ ਚੀਜ਼ਾਂ ਜਿਹੜੀ ਕਿੱਦਾਂ ਦੇ ਐਲੀਮੈਂਟਸ ਪਾਏ ਜਾਂਦੇ ਆ, ਜਿੱਦਾਂ ਰੀਸੈਂਟਲੀ ਸਲਫਰ ਜਿਹੜਾ ਹੈ ਚੰਦਰਯਾਨ 3 ਨੇ ਡਿਟੈਕਟ ਕੀਤਾ ਆ। ਸੋ ਇਹਦਾ ਮੇਨ ਇਹਦੀ ਫੁੱਲ ਫਾਰਮ ਹੈਗੀ ਆ ਅਲਫਾ ਪਾਰਟੀਕਲ ਐਕਸ-ਰੇ ਸਪੈਕਟ੍ਰੋਮੀਟਰ। ਸੋ ਇਹ ਵੀ ਯਾਦ ਰੱਖਣਾ ਨਾ, ਲੈਂਡਰ ਪੇਲੋਡ ਦੇ ਅੰਦਰ ਕਿਹੜੀਆਂ ਇੰਸਟਰੂਮੈਂਟਸ ਨੇ ਔਰ ਰੋਵਰ ਪੇਲੋਡਸ ਦੇ ਅੰਦਰ ਕਿਹੜੀਆਂ ਨੇ ਔਰ ਇਹਨਾਂ ਦਾ ਅੱਗੋਂ ਕੰਮ ਕੀ ਹੈ, ਠੀਕ ਹੈ। ਸੋ ਇਹਦੇ ਵਿੱਚ ਇਹਦਾ ਟੂ ਡਿਟਰਮਿਨ, ਮੇਨ ਦੋਵਾਂ ਦਾ ਕੰਮ ਇਹੀ ਹੈ ਕੈਮੀਕਲ ਕੰਪੋਜੀਸ਼ਨ ਨੂੰ ਡਿਟਰਮਿਨ ਕਰਨਾ, ਟੂ ਡਿਟਰਮਿਨ ਦਾ ਐਲੀਮੈਂਟਲ ਕੰਪੋਜੀਸ਼ਨ ਲਾਈਕ ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕॉन, ਪੋਟਾਸ਼ੀਅਮ, ਕੈਲਸ਼ੀਅਮ, tin ਨਹੀਂ ਹੈ TI, ਟਾਈਟੈਨੀਅਮ ਸੌਰੀ, ਆਇਰਨ ਆਫ ਲੂਨਰ ਸੋਇਲ ਐਂਡ ਰੌਕਸ ਅਰਾਊਂਡ ਦਾ ਲੂਨਰ ਲੈਂਡਿੰਗ ਸਾਈਟ। ਇਹਦਾ ਲਿਬਸ ਜਿਹੜੀ ਇੰਸਟਰੂਮੈਂਟ ਹੈ ਇਹਦੀ ਫੁੱਲ ਫਾਰਮ ਹੈਗੀ ਹੈ ਲੇਜ਼ਰ ਇੰਡਿਊਸਡ ਬ੍ਰੇਕਡਾਊਨ ਸਪੈਕਟ੍ਰੋਸਕੋਪ। ਸੋ ਅਗੇਨ ਕੈਮੀਕਲ ਕੰਪੋਜੀਸ਼ਨ ਨੂੰ ਡਿਰਾਈਵ ਕਰਨਾ, ਠੀਕ ਹੈ, ਜੋ ਵੀ ਉਹਦੀ ਲੂਨਰ ਸੋਇਲ ਦੀ ਹੈ ਉਹਨੂੰ ਆਇਡੈਂਟੀਫਾਈ ਕਰਨਾ ਰੋਵਰ ਪੇਲੋਡਸ ਦਾ ਕੰਮ। ਉਸ ਤੋਂ ਬਾਅਦ ਜਿਹੜਾ ਥਰਡ ਹੈਗਾ ਪ੍ਰੋਪਲਸ਼ਨ ਮੋਡਿਊਲ। ਪ੍ਰੋਪਲਸ਼ਨ ਮੋਡਿਊਲ ਜਿਹੜਾ ਬੇਸਿਕਲੀ ਲੈਂਡਰ ਨੂੰ ਕੈਰੀ ਕਰੂਗਾ ਫਰੋਮ ਰਾਕਟ ਟਿਲ ਦਾ ਫਾਈਨਲ ਲੂਨਰ 100 ਕਿਲੋਮੀਟਰ ਸਰਕੂਲਰ ਪੋਲਰ ਆਰਬਿਟ। ਸੋ ਇਹਦੇ ਵਿੱਚ ਜਿਹੜੀ ਮੇਨ ਇੰਸਟਰੂਮੈਂਟ ਹੈ ਦੈਟ ਇਜ਼ ਸ਼ੇਪ ਸਪੈਕਟ੍ਰੋਪੋਲੈਰੀਮੀਟਰੀ ਆਫ ਹੈਬਿਟੇਬਲ ਪਲੈਨਟ ਅਰਥ, ਐਨ ਐਕਸਪੈਰੀਮੈਂਟਲ ਪੇਲੋਡ ਟੂ ਸਟੱਡੀ ਸਪੈਕਟ੍ਰੋਪੋਲੈਰੀਮੈਟ੍ਰਿਕ ਸਿਗਨੇਚਰਸ, ਠੀਕ ਹੈ। ਸੋ ਸਪੈਕਟ੍ਰੋਪੋਲੈਰੀਮੀਟਰੀ ਕੀ ਹੁੰਦੀ ਹੈ ਬੇਸਿਕਲੀ ਕਿ ਜਿਹੜੀ ਲਾਈਟ ਹੁੰਦੀ ਹੈ ਜਦੋਂ ਅਰਥ ਤੱਕ ਪਹੁੰਚਦੀ ਹੈ ਉਹਦੀ ਪੋਲਰਾਈਜੇਸ਼ਨ ਹੁੰਦੀ ਹੈ, ਆਪਾਂ ਨੂੰ ਪਤਾ ਹੈ ਡਿਫਰੈਂਟ ਵੇਵਲੈਂਥਸ ਤੇ, ਠੀਕ ਹੈ। ਵਿਬਗਿਓਰ ਸਭ ਨੇ ਪੜਿਆ ਆ, ਵਿਬਗਿਓਰ। ਸੋ ਜਿਹਦੇ ਵਿੱਚ ਵਾਇਲਟ ਕਲਰ ਦੀ ਵੇਵਲੈਂਥ ਜਿਹੜੀ ਹੈ ਸਭ ਤੋਂ ਘੱਟ ਹੁੰਦੀ ਹੈ ਜਦਕਿ ਰੈੱਡ ਕਲਰ ਦੀ ਸਭ ਤੋਂ ਜ਼ਿਆਦਾ ਹੁੰਦੀ ਹੈ। ਸੋ ਇਹ ਜਿਹੜੀ ਵੇਵਲੈਂਥ ਲਾਈਟ ਜਦੋਂ ਰੀਚ ਕਰਦੀ ਹੈ ਅਰਥ ਤੇ ਡਿਫਰੈਂਟ ਵੇਵਲੈਂਥਸ ਤੇ, ਸੋ ਇਹਨੂੰ ਇਹਦੀ ਸਟੱਡੀ ਨੂੰ ਇਹਦੀ ਮੇਜਰਮੈਂਟ ਨੂੰ ਆਪਾਂ ਪੋਲੈਰੀਮੀਟਰੀ ਸਪੈਕਟ੍ਰੋਪੋਲੈਰੀਮੀਟਰੀ ਬੋਲਦੇ ਹਾਂ, ਠੀਕ ਹੈ। ਸੋ ਇਹਦਾ ਮੇਨ ਕੰਮ ਇਹੀ ਹੋਊਗਾ। ਸੋ ਇਹਦੇ ਵਿੱਚ ਕੀ ਆ, ਸਾਨੂੰ ਜਿਹੜੀਆਂ ਜਿਵੇਂ ਅਰਥ ਦੀਆਂ ਜੋ ਮਤਲਬ ਉਸ ਲਾਈਟ ਦੇ ਕਰਕੇ ਜੋ ਫਿਜ਼ੀਕਲ ਪ੍ਰੋਪਰਟੀਜ਼ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਸਾਇੰਟਿਸਟ ਨੂੰ ਮਦਦ ਮਿਲੇਗੀ, ਜਿਵੇਂ ਮੈਗਨੈਟਿਕ ਫੀਲਡ ਵਗੈਰਾ, ਠੀਕ ਹੈ। ਜਿਵੇਂ ਅਰਥ ਤੁਹਾਨੂੰ ਪਤਾ ਅਰਥ ਦੇ ਆਲੇ ਦੁਆਲੇ ਜਿਹੜਾ ਮੈਗਨੈਟਿਕ ਫੀਲਡਸ ਦੇ ਕਰਕੇ ਆ ਜਿਹੜੀਆਂ ਉਹ ਸਾਨੂੰ ਹਾਰਮਫੁਲ ਜਿਹੜੀਆਂ ਸਨ ਦੀਆਂ ਰੇਜ਼ ਨੇ ਬਹੁਤ ਹੀ ਜ਼ਿਆਦਾ, ਜਿੱਦਾਂ ਸੋਲਰ ਫਲੇਅਰਸ ਵਗੈਰਾ ਵੀ ਹੁੰਦੇ ਨੇ, ਸੋ ਉਹਨਾਂ ਤੋਂ ਬਚਾ ਕੇ ਰੱਖਦੀ ਹੈ, ਠੀਕ ਹੈ, ਅਰਥ ਦੀ ਜਿਹੜੀ ਮੈਗਨੈਟਿਕ ਫੀਲਡ ਹੈ। ਸੋ ਇਹਨਾਂ ਚੀਜ਼ਾਂ ਨੂੰ ਸਟੱਡੀ ਕਰਨ 'ਚ ਹੈਲਪ ਕਰਦਾ ਹੈ। ਦੈਨ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਸ ਵਾਰੀ ਸਾਊਥ ਪੋਲ ਜਿਹੜਾ ਮੂਨ ਦਾ ਹੈ ਉਹਨੂੰ ਟਾਰਗੇਟ ਕੀਤਾ ਗਿਆ ਆ। ਸੋ ਇਹ ਤੁਸੀਂ ਦੇਖ ਸਕਦੇ ਹੋ, ਠੀਕ ਹੈ, ਪਿਕਚਰ ਦੇ ਵਿੱਚ ਵੀ। ਸੋ ਅੱਗੇ ਕੀ ਹੁੰਦਾ ਸੀ, ਜਿੰਨੇ ਮੂਨ ਦੇ ਮਤਲਬ ਹੋਏ ਆ ਜਿੰਨੇ ਵੀ ਆ ਮਿਸ਼ਨ ਇਹ ਸਾਰੇ ਇਕੁਏਟੋਰੀਅਲ ਰੀਜਨ ਦੇ ਵਿੱਚ ਹੋਇਆ। ਇਕੁਏਟਰ ਤੁਸੀਂ ਆ ਦੇਖ ਸਕਦੇ ਹੋ, ਆਹ ਵਾਲਾ ਰੀਜਨ ਜਿਹੜਾ ਆ ਨਾਰਥ ਰੀਜਨ ਹੋ ਗਿਆ, ਆ ਸਾਊਥ ਰੀਜਨ ਹੋ ਗਿਆ, ਠੀਕ ਹੈ, ਆਹ ਵਾਲਾ। ਸੋ ਇਹ ਜਿਹੜਾ ਆ ਇਹਦੇ ਵਿੱਚ ਜਿਵੇਂ ਕ੍ਰੇਟਰ ਤੁਸੀਂ ਦੇਖ ਰਹੇ ਹੋ ਕੋਪਰਨਿਕਸ ਕ੍ਰੇਟਰ ਹੈ, ਠੀਕ ਹੈ। ਸੋ ਬਲਕ ਆਫ ਪ੍ਰੀਵੀਅਸ ਲੂਨਰ ਲੈਂਡਿੰਗਸ ਆ, ਕਿੰਨੀਆਂ ਲੂਨਰ ਲੈਂਡਿੰਗਸ ਇੱਥੇ ਹੋਈਆਂ ਨੇ, ਰਾਈਟ। ਲੇਕਿਨ ਹੁਣ ਜਿਹੜਾ ਆ ਸਾਊਥ ਪੋਲ ਇਹਨਾਂ ਨੇ ਜਿਹੜਾ ਟਾਰਗੇਟ ਕੀਤਾ ਆ। ਸੋ ਕ੍ਰੇਟਰ ਕੀ ਹੁੰਦੇ ਆ, ਕ੍ਰੇਟਰ ਜਿਵੇਂ ਅਰਥ ਦੇ ਵਿੱਚ ਵੀ ਕ੍ਰੇਟਰ ਆਪਾਂ ਨੂੰ ਮਿਲ ਜਾਂਦੇ ਆ, ਜਿਸ ਤਰ੍ਹਾਂ ਇਹਦੀ ਬੈਸਟ ਐਗਜ਼ਾਮਪਲ ਇੰਡੀਆ ਦੇ ਵਿੱਚ ਹੈਗਾ ਲੂਨਾਰ ਲੇਕ, ਠੀਕ ਹੈ, ਮਹਾਰਾਸ਼ਟਰ ਦੇ ਵਿੱਚ। ਸੋ ਇਸ ਐਸਟੀਰੋਇਡਸ ਜਿਹੜੇ ਆ ਉਹ ਕਦੇ ਨਾ ਕਦੇ ਆ ਕੇ ਟਕਰਾਉਂਦੇ ਨੇ, ਠੀਕ ਹੈ, ਸਰਫੇਸ ਤੇ, ਜਿਵੇਂ ਅਰਥ ਦੇ ਸਰਫੇਸ ਤੇ, ਇਸੇ ਤਰ੍ਹਾਂ ਮੂਨ ਦੇ ਸਰਫੇਸ ਤੇ ਉੱਥੇ ਇੱਕ ਗੱਡਾ ਜਿਹੜਾ ਬਣ ਜਾਂਦਾ ਹੈ। ਸੋ ਵਿਦ ਦ ਪੈਸੇਜ ਆਫ ਟਾਈਮ ਜਦੋਂ ਬਾਰਿਸ਼ ਵਗੈਰਾ ਹੁੰਦੀ ਹੈ ਤੇ ਉਹ ਗੱਡੇ ਜਿਹੜੇ ਆ ਪਾਣੀ ਨਾਲ ਭਰ ਜਾਂਦੇ ਨੇ, ਠੀਕ ਹੈ। ਸੋ ਲੂਨਾਰ ਲੇਕ ਇਜ਼ ਦ ਬੈਸਟ ਐਗਜ਼ਾਮਪਲ। ਇਸੇ ਤਰ੍ਹਾਂ ਹੀ ਮੂਨ ਦੇ ਉੱਤੇ ਵੀ ਕ੍ਰੇਟਰਸ ਨੇ, ਠੀਕ ਹੈ।
ਐਸਟੀਰੋਇਡਸ ਦੀ ਵਜ੍ਹਾ ਨਾਲ ਉੱਥੇ ਵੀ ਗੱਡੇ ਪਏ ਹੋਏ ਨੇ। ਸੋ ਉਹਨਾਂ ਨੂੰ ਜਾ ਕੇ ਸਾਇੰਟਿਸਟ ਜਿਹੜੇ ਨੇ ਉਹ ਸਟੱਡੀ ਕਰਦੇ ਨੇ। ਸੋ ਇਟਸ ਕ੍ਰੇਟਰਸ ਹੈਵ ਬੀਨ, ਸੋ ਮੰਨਿਆ ਜਾਂਦਾ ਕਿ ਜਿਹੜੇ ਸਾਊਥ ਪੋਲ ਦੇ ਕ੍ਰੇਟਰ ਨੇ ਇਹ ਹਜੇ ਤੱਕ ਅਨਟੱਚਡ ਨੇ, ਕਿਉਂਕਿ ਇੱਥੇ ਕਦੀ ਵੀ ਸਨਲਾਈਟ ਮਤਲਬ ਬਿਲੀਅਨ ਸਾਲ ਹੋ ਗਏ ਕਦੀ ਸਨਲਾਈਟ ਇੱਥੋਂ ਤੱਕ ਪਹੁੰਚੀ ਨਹੀਂ ਹੈ, ਠੀਕ ਹੈ। ਸੋ ਇਸ ਕਰਕੇ ਇੱਥੋਂ ਸਾਨੂੰ ਜਿਹੜਾ ਅਨਡਿਸਟਰਬਡ ਰਿਕਾਰਡ ਮਿਲ ਜਾਏਗਾ ਸੋਲਰ ਸਿਸਟਮ ਦਾ। ਉਸ ਤੋਂ ਬਾਅਦ ਇਟਸ ਪਰਮਾਨੈਂਟਲੀ ਸ਼ੈਡੋਡ ਕ੍ਰੇਟਰਸ ਆਰ ਐਸਟੀਮੇਟਡ ਟੂ ਹੋਲਡ ਇਨਫ, ਮੰਨਿਆ ਜਾਂਦਾ ਹੈ ਕਿ ਹੋ ਸਕਦਾ ਕਿ ਇਹਨਾਂ ਦੇ ਕ੍ਰੇਟਰਸ ਜਿੱਦਾਂ ਅਰਥ ਦਾ ਮੈਂ ਤੁਹਾਨੂੰ ਦੱਸਿਆ ਲੂਨਾਰ ਲੇਕ ਬਣ ਗਈ ਮੀਂਹ ਦੇ ਨਾਲ, ਹੈ ਨਾ, ਪਾਣੀ ਪੈ ਕੇ, ਇਸੇ ਤਰ੍ਹਾਂ ਹੋ ਸਕਦਾ ਕਿ ਇੱਥੋਂ ਦੇ ਕ੍ਰੇਟਰਸ 'ਚ ਵੀ ਪਾਣੀ ਮਿਲ ਜਾਏ, which could potentially be used for future missions. Then ਉਸ ਤੋਂ ਬਾਅਦ its positional advantages make it a suitable pit stop for future space exploration. Furthermore, it has traces also, ਇਹ ਜਿਹੜੇ ਕੁਝ ਐਲੀਮੈਂਟਸ ਨੇ, ਮੈਟਲਸ ਨੇ, ਇਹਨਾਂ ਦੇ ਟ੍ਰੇਸਿਸ ਜਿਹੜੇ ਮਿਲੇ ਆ ਹਾਈਡਰੋਜਨ, ਅਮੋਨੀਆ, ਮੀਥੇਨ, ਸੋਡੀਅਮ, ਮਰਕਰੀ ਐਂਡ ਸਿਲਵਰ, ਮੇਕਿੰਗ ਇਟ ਐਨ ਅਨਟੈਪਡ ਸੋਰਸ ਆਫ ਐਸੈਂਸ਼ੀਅਲ ਰਿਸੋਰਸਿਸ, ਠੀਕ ਹੈ। ਸੋ ਜਿੰਨੇ ਵੀ ਪ੍ਰੀਵੀਅਸ ਸਪੇਸ ਕਰਾਫਟ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਇਕੁਆਟੋਰੀਅਲ ਰੀਜਨ ਦੇ ਵਿੱਚ ਲੈਂਡ ਕੀਤੇ ਹੈ, ਠੀਕ ਹੈ। ਸੋ ਇਹ ਇਸ ਕਰਕੇ ਕਿਉਂਕਿ ਇੱਕ ਤੇ ਨੀਅਰ ਇਕੁਏਟਰ ਹੈ, ਈਜ਼ੀਅਰ ਹੈ, ਸੇਫਰ ਹੈ, ਠੀਕ ਹੈ, ਐਂਡ ਇਹ ਜ਼ਿਆਦਾਤਰ ਮਤਲਬ ਸੌਖਾ ਹੈ ਉੱਥੇ ਸਸਟੇਨ ਕਰਨਾ, ਠੀਕ ਹੈ। ਦੈਨ ਸਨਲਾਈਟ ਜਿਹੜੀ ਹੈ ਕਾਫੀ ਅਬੰਡੈਂਸ ਦੇ ਵਿੱਚ ਹੈ, ਸਪੈਸ਼ਲੀ ਜਿਹੜੀ ਸਾਈਡ ਅਰਥ ਨੂੰ ਫੇਸ ਕਰ ਰਹੀ ਹੈ ਉੱਥੇ, ਸੋ ਇਸ ਕਰਕੇ ਇਕੁਆਟੋਰੀਅਲ ਰੀਜਨ ਤੇ ਆਸਾਨੀ ਸੀ, ਲੇਕਿਨ ਸਾਊਥ ਪੋਲ ਜਿਹੜਾ ਸੀ ਕਾਫੀ ਚੈਲੰਜਿੰਗ ਸੀ। ਹੁਣ ਕੀ ਫਾਈਂਡਿੰਗਸ ਕੀ ਹੋਈਆਂ ਚੰਦਰਯਾਨ 3 ਦੇ ਵਿੱਚ? ਸਭ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਕਰੀਏ, ਆਪਾਂ ਹੁਣੇ ਗੱਲ ਕੀਤੀ ਕਿ ਜਿਹੜਾ ਚੇਸਟ ਪੇਲੋਡ ਆ, ਠੀਕ ਹੈ, ਸਾਇੰਟੀਫਿਕ ਇੰਸਟਰੂਮੈਂਟ ਆ, ਸੋ ਉਹਦਾ ਕੰਮ ਕੀ ਹੈ ਬੇਸਿਕਲੀ ਕਿ ਜਿਹੜੇ ਥਰਮਲ ਵੇਰੀਏਸ਼ਨਸ ਨੇ, ਠੀਕ ਹੈ, ਉਹਦੇ ਨਾਲ ਰਿਲੇਟਡ ਮੇਜਰਮੈਂਟਸ ਕਰਨੀਆਂ। ਸੋ ਇੱਥੇ ਇਹਨਾਂ ਨੇ ਥਰਮਲ ਪ੍ਰੋਫਾਈਲ ਜਿਹੜੀ ਹੈ, ਟੈਂਪਰੇਚਰ ਪ੍ਰੋਫਾਈਲ ਜਿਹੜੀ ਹੈ ਲੂਨਰ ਸੋਇਲ ਦੀ, ਟੌਪ ਸੋਇਲ ਦੀ, ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਪਹਿਲਾਂ ਅਸਿਊਮ ਕੀਤਾ ਜਾਂਦਾ ਸੀਗਾ ਕਿ ਜਿਹੜੀ ਇਹਦਾ ਟੈਂਪਰੇਚਰ ਹੋਊਗਾ ਟੌਪ ਸੋਇਲ ਦਾ 20 to 30 ਡਿਗਰੀ ਸੈਲਸੀਅਸ ਹੋਊਗਾ, ਬਟ ਹੁਣ ਫਾਈਂਡਿੰਗਸ ਜਿਹੜੀਆਂ ਆ ਰਹੀਆਂ ਨੇ ਚੰਦਰਯਾਨ 3 ਦੀਆਂ ਉਹਦੇ ਹਿਸਾਬ ਦੇ ਨਾਲ ਇਹਦਾ ਜਿਹੜਾ ਸਰਫੇਸ ਟੈਂਪਰੇਚਰ ਹੈ ਦੈਟ ਇਜ਼ 70 ਡਿਗਰੀ ਸੈਲਸੀਅਸ। ਦੈਨ ਉਸ ਤੋਂ ਬਾਅਦ elements on moon, so laser induced breakdown spectroscope instrument on board Pragyan rover. So Pragyan rover ਦੇ ਉੱਪਰ ਜਿਹੜਾ ਮੇਨ ਕੰਮ ਸੀਗਾ ਇਹਨਾਂ ਦਾ ਕੀ ਸੀਗਾ, ਕੈਮੀਕਲ ਕੰਪੋਜੀਸ਼ਨ ਨੂੰ ਫਾਈਂਡ ਆਊਟ ਕਰਨਾ। ਸੋ ਇਹਨਾਂ ਨੇ ਉੱਥੇ ਸਲਫਰ ਦੀ ਹਿਊਜ ਪ੍ਰੈਜ਼ੈਂਸ ਜਿਹੜੀ ਆ ਫਾਊਂਡ ਆਊਟ ਕੀਤੀ ਹੈ। ਇਹਦੇ ਨਾਲ ਕੁਝ ਹੋਰ ਐਲੀਮੈਂਟਸ ਜਿੱਦਾਂ ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕ੍ਰੋਮੀਅਮ, ਟਾਈਟੈਨੀਅਮ, ਮੈਂਗਨੀਜ਼, ਸਿਲੀਕਨ ਐਂਡ ਆਕਸੀਜਨ ਵੀ ਡਿਟੈਕਟ ਕੀਤੇ ਗਏ ਆ। ਦੈਨ ਉਸ ਤੋਂ ਬਾਅਦ ਥਿਨ ਪਲਾਜ਼ਮਾ, ਸੋ ਲੈਂਗੁਏਜ ਪ੍ਰੋਬ ਜਿਹੜਾ ਆ ਰੈਂਬਾ ਲੈਂਗੁਏਜ ਪ੍ਰੋਬ, ਸੋ ਇਹਦਾ ਕੰਮ ਕੀ ਸੀਗਾ, ਆਪਾਂ ਸ਼ੁਰੂ ਚ ਪੜਿਆ ਸੀਗਾ ਕਿ ਪਲਾਜ਼ਮਾ ਨੂੰ ਮੇਜਰ ਕਰਨਾ। ਸੋ ਥਿਨ ਪਲਾਜ਼ਮਾ, ਇਟ ਫਾਈਂਡ ਦੈਟ देयर इज a thin plasma on the surface of moon. So plasma ਕੀ ਆ, ਮੈਟਰ ਦੀ fourth state ਆ। So it is a gas which is so hot that some or all of its constituents atoms ਜਿਹੜਾ split ਹੋ ਜਾਂਦੇ ਨੇ into electrons and ions. So it can be roughly viewed as a soup of positively charged particles, ions, and negatively charged particles, electrons. So ਇਹਦੀ ਡਿਸਕਵਰੀ ਜਿਹੜੀ ਸਿਗਨੀਫਾਈ ਕਰਦੀ ਹੈ ਕਿ ਰੇਡੀਓ ਵੇਵਸ ਜਿਹੜੀਆਂ ਨੇ ਸਪੇਸ ਦੇ ਥਰੂ ਈਜ਼ੀਲੀ ਪਾਸ ਕੀਤੀਆਂ ਜਾ ਸਕਦੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਉੱਥੇ ਜਿਹੜਾ ਆ ਕਮਿਊਨੀਕੇਸ਼ਨ, ਲੂਨਰ ਮਿਸ਼ਨ ਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਪੋਸੀਬਲ ਹੋ ਸਕੇਗਾ। ਦੈਨ ਉਸ ਤੋਂ ਬਾਅਦ ਨੈਚੁਰਲ ਸੀਜ਼ਮਿਕ ਐਕਟੀਵਿਟੀ, ਸੋ ਇਹ ਕਿਹੜਾ ਪੇਲੋਡ ਸੀਗਾ ਇਹਦੇ ਵਾਸਤੇ, ਇਲਸਾ, ਠੀਕ ਹੈ, ਇੰਸਟਰੂਮੈਂਟ ਫॉर ਲੂਨਰ ਸੀਜ਼ਮਿਕ ਐਕਟੀਵਿਟੀ। ਸੋ ਇਹਨੇ ਫਾਊਂਡ ਕੀਤਾ ਕਿ a possibility of a quake on the moon, ਪਰ ਇਹਦੀ ਐਗਜ਼ੈਕਟ ਨੇਚਰ ਜਿਹੜੀ ਆ ਹਜੇ ਅੰਡਰ ਇਨਵੈਸਟੀਗੇਸ਼ਨ ਆ। ਦੈਨ ਉਸ ਤੋਂ ਬਾਅਦ ਇੱਥੇ ਕ੍ਰੇਟਰਸ ਜਿਹੜੇ ਨੇ ਉਹ ਵੀ they are also being searched. The rover identified a 4 meter diameter crater on 4 meter diameter ਦਾ ਇੱਕ crater ਜਿਹੜਾ ਮੂਨ ਦੇ ਸਰਫੇਸ ਤੇ ਪਾਇਆ ਗਿਆ। ਸੋ ਇਹ ਕੁਝ ਅੱਗੇ ਆਉਣ ਵਾਲੇ ਲੂਨਰ ਮਿਸ਼ਨਸ ਨੇ ਜਾਂ ਕੁਝ ਹੋਰ ਜਿਹੜੇ ਮਿਸ਼ਨ ਸਟਾਰਟ ਕੀਤੇ ਸੀ ਜੋ ਫੇਲ ਵੀ ਹੋਏ, ਉਹ 'ਚੋਂ ਕਾਫੀ ਸਾਊਥ ਕੋਰੀਆ ਦਾ ਧਨੂਰੀ ਮਿਸ਼ਨ ਸੀਗਾ, ਠੀਕ ਹੈ। ਸੋ ਇਟ ਵਿਲ ਸਟੱਡੀ ਮੂਨ ਫਰਮ ਜਨਵਰੀ 2023 ਆਫਟਰ ਐਂਟਰਿੰਗ ਲੂਨਰ ਆਰਬਿਟ, ਲਾਂਚ ਹੋਇਆ ਅਗਸਤ 2022। ਜਾਪਾਨ ਦਾ ਹਕੂਟੋ ਆਰ ਮਿਸ਼ਨ ਹੈ, ਸੋ ਇਹ ਕ੍ਰੈਸ਼ ਲੈਂਡਡ ਹੋ ਗਿਆ ਆ, ਠੀਕ ਹੈ, ਸਕਸੈਸਫੁਲ ਨਹੀਂ ਹੋ ਪਾਇਆ। ਇਹਦੇ ਵਿੱਚ UAE ਦਾ ਰੋਵਰ ਸੀਗਾ ਤੇ ਜੈਪਨੀਜ਼ ਲੈਂਡਰ ਸੀਗਾ। ਦੈਨ ਰਸ਼ੀਆ ਦਾ ਲੂਨਾ 25 ਜਸਟ ਬਿਫੋਰ ਚੰਦਰਯਾਨ 3 ਇਹਨਾਂ ਨੇ ਲੂਨਾ 25 ਪਹਿਲਾਂ ਲਾਂਚ ਕੀਤਾ ਸੀਗਾ, ਬਟ ਇਹ ਕ੍ਰੈਸ਼ ਲੈਂਡਡ ਹੋ ਗਿਆ, ਠੀਕ ਹੈ, ਫੇਲ ਹੋ ਗਿਆ। ਜੁਲਾਈ 2023 ਦੇ ਵਿੱਚ ਕੀਤਾ ਗਿਆ ਸੀ ਲਾਂਚ। USA ਦਾ ਆਰਟੈਮਿਸ 2 ਆ, ਇਹਨਾਂ ਦਾ ਕ੍ਰੂਡ ਮਿਸ਼ਨ ਜਾਏਗਾ ਮੂਨ ਤੇ ਬਾਈ 2024। ਇਜ਼ਰਾਈਲ ਦਾ ਜਿਹੜਾ ਆ ਸਪੇਸ ILS ਬੀਅਰਸ਼ੀਟ 2 ਹੋਏਗਾ ਇਹਨਾਂ ਦਾ ਮਿਸ਼ਨ, ਠੀਕ ਹੈ, ਔਰ ਇਹ ਪਹਿਲਾ ਮਿਸ਼ਨ ਹੋਏਗਾ ਜਿਹਦੇ ਵਿੱਚ ਪਹਿਲੀ ਵਾਰੀ 2 ਲੈਂਡਰਸ ਹੋਣਗੇ ਤੇ ਇੱਕ ਆਰਬਿਟਰ ਹੋਏਗਾ ਔਰ ਇਹ 2025 ਤੱਕ ਲਾਂਚ ਕੀਤਾ ਜਾਏਗਾ।
ਹੁਣ ਗੱਲ ਕਰਦੇ ਹਾਂ ਕੁਝ MCQs ਦੀ। सो फर्स्ट क्वेश्चन है विद रेफरेंस टू चंद्रयान 3 कंसिडर द फॉलोइंग स्टेटमेंट। पहली स्टेटमेंट है इट इज अ प्लान्ड थर्ड लूनर एक्सप्लोरेशन मिशन बाय इसरो। सेकंड है इट विल बी अ मिशन रिपीट ऑफ चंद्रयान 2 बट विल ओनली इंक्लूड अ लैंडर एंड रोवर सिमिलर टू दैट ऑफ चंद्रयान 2। सो दोनों ही स्टेटमेंट इन्हें पूछा विच ऑफ द स्टेटमेंट इज और आर करेक्ट। सो दोनों ही स्टेटमेंट करेक्ट ने। तो सबनों पता है चंद्रयान 3 है मतलब थर्ड मिशन है, ठीक है। तो दूसरा जिदा चंद्रयान 2 ਦੇ ਵਿੱਚ ਵੀ ਲੈਂਡਰ ਤੇ ਰੋਵਰ ਸੀਗਾ ਬਟ ਉਹਦੇ ਵਿੱਚ ਕੁਝ ਫੇਲ ਹੋ ਗਿਆ ਪਾਰਸ਼ਲੀ, ਬਟ ਉਹਦੇ ਵਿੱਚ ਕੁਝ ਮੋਡੀਫਿਕੇਸ਼ਨਸ ਕਰਨ ਤੋਂ ਬਾਅਦ ਇਹਨਾਂ ਨੇ ਦੁਬਾਰਾ ਉਸੇ ਚੀਜ਼ ਨੂੰ ਹੀ ਰਿਪੀਟ ਕੀਤਾ। ਸੋ ਇਸ ਕਰਕੇ ਦੋਨੋਂ ਸਟੇਟਮੈਂਟਸ ਕਰੈਕਟ ਨੇ। सेकेंड है व्हाट इज द नेम ऑफ लैंडर ऑफ चंद्रयान। सो लैंडर इज विक्रम और प्रज्ञान की है रोवर है, ठीक है। देन उस तो बाद थर्ड है विद रेफरेंस टू चंद्रयान 3 कंसीडर द फॉलोइंग स्टेटमेंट। सो फर्स्ट इज चंद्रयान 3 वाज लॉन्च्ड ऑन 21 जुलाई 2023। सो एक गलत है, मैं स्टार्टिंग से ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਚੰद्रयान 3 ਹੈ ਇਹ 14 ਜੁਲਾਈ 2023 ਨੂੰ ਲਾਂਚ ਕੀਤਾ ਗਿਆ ਸੀਗਾ। Successfully landing of Chandrayaan 3 on moon surface on August 23 made India only the fourth country after the erstwhile USSR, US and China to make soft landing on moon, ठीक है। सो ये भी बिल्कुल ठीक है। सो स्टेटमेंट केड़ी इन्हें पूछा इनकरेक्ट। सो इनकरेक्ट केड़ी है ਇਹਦੇ ਵਿੱਚ पहली, ठीक है। सो ਇਹਦੇ ਵਿੱਚ क्वेश्चन ਜਿਹੜਾ ਨੂੰ ਧਿਆਨ ਨਾਲ ਰੀਡ ਆਊਟ ਕਰਨਾ ਹੈ। करेक्ट नहीं पूछा, इनकरेक्ट पूछा। सो इनकरेक्ट पहली है। सो आंसर इज ए। नेक्स्ट है आइडेंटिफाई इनकरेक्ट। सो अगेन इनकरेक्ट मैच पेयर पूछा गया है विद रिस्पेक्ट टू पेलोड्स। सो टोटल नंबर ऑफ पेलोड्स ਆਪਾਂ ਕਿਤੇ ਕਿੰਨੇ ਕੀਤੇ 7, ठीक है। सो इन्होंने मैच पूछा है। सो चंद्रा सरफेस थर्मोफिजिकल एक्सपेरिमेंट चेस्ट। सो थर्मोफिजिकल्स मींस टेम्परेचर देखूगा। सो इट विल मेजर द थर्मल एंड कंडक्टिविटी एंड टेम्परेचर ऑफ लूनर सरफेस। ये बिल्कुल सही है। दूसरा इल्सा, ठीक है। इल्सा आप पढ़िया सीगा सीजमिक एक्टिविटी को डिटेक्ट करेगा, लूनर सीजमिक एक्टिविटी। सो विल मेजर द सीजमिसिटी अराउंड। ये सिंपली तुहानूं फुल फॉर्म्स भी आ सकदियां ने, ठीक है, क्योंकि जो लिखा ही होगा फुल फॉर्म दा एलैबोरेट करके लिखी होगी तो गैस करनी ईजी है, बट शॉर्ट फॉर्म दे विच गैस करना ईजी नहीं है, ठीक है। सो तीसरा है लैंडमर प्रोब। सो इट विल एस्टीमेट जिहड़ा कि रैम्बा दा ही सब पार्ट सीगा नियर सरफेस प्लाज्मा डेंसिटी नूं देखूगा, ठीक है। सो ये भी ठीक है। लास्ट है रैम्बा दैट इज रेडियो एनाटॉमी ऑफ मून बाउंड हाइपर सेंसिटिव आयनोस्फेयर एंड एटमोस्फेयर। ये फुल फॉर्म है, ठीक है। सो टू आइडेंटिफाई केमिकल कंपोजिशन ऑफ अवर लूनर सरफेस। सो केमिकल कंपोजिशन जिहड़ी है लैंडर दा ते पार्ट वो है ही नहीं सीगा, वो ते रोवर पेलोड्स दा पार्ट सीगा, ठीक है। सो ये गलत है। सो द आंसर इज ऑप्शन डी, क्योंकि हमने सानू इनकरेक्ट मैच पेयर पूछा है। नेक्स्ट क्वेश्चन है व्हाट इज द प्राइमरी पर्पस ऑफ चंद्रयान 3। सो प्राइमरी पर्पस ਇਹਦਾ ਹੈਗਾ लैंड सेफली ऑन मून सरफेस एंड परफॉर्म साइंटिफिक रिसर्च। तो आंसर इज सी। नेक्स्ट है हु इज द रॉकेट वुमेन ऑफ चंद्रयान। सो द आंसर इज बेटर है कि द आंसर ਜਿਹੜਾ ਹੈ ਤੁਸੀਂ ਦਿਓ, ठीक है। आई नो इट्स आंसर बट बेटर है कि ਤੁਸੀਂ कमेंट सेक्शन ਦੇ ਵਿੱਚ ਦਾ आंसर ਦਿਓ। सो दैट वाज ऑल फॉर टुडे। थैंक यू वेरी मच।